लोड़ है कि असी बड़े तो बड़े देश में जाइए, बड़े तो बड़े और रस्ते फड़िए, लेकिन गुरमत के राह पर चलना ये मुबारक है इन्होंने बच्चों को, नौजवानों को, जिन्होंने शहीद कमीशनरी कॉलेज चों अपना कोर्स पूरा कीर्तन का करके तो आप जी के सामने इत्थे आए हैं। तो खास करके मैं प्रिंसीपल मनजीत कौर जिन्होंने इन्हों भेजा उन्होंने भी असी धन्यवाद करते हाँ। आओ इस तो बाद 25 मिनट का असी समा और लवांगे। भाई शुभदीप सिंह जी ये भी शहीद कमीशनरी कॉलेज के स्टूडेंट हैं। तो पिछले समय जो अमृत संचार होया सी भाई साहब वो मुख्य भूमिका निभा रहे सन। आप जी 25 मिनट वास्ते आप जी को गुरमत विचारां राहीं निहाल करनगे। नाल ही साडे कोल बड़े ही सत्कारयोग साडे वीर बड़े भाई बलवंत सिंह जी वो भी साडे कोल पहुँचे हैं। मैं उन्होंने भी हाज़री लवानी सी, लेकिन समा घट होने की वजह नाल असी उन्होंने को खिमा चाहां, क्योंकि आप सारे ही जानते हो कि वह साडे बार्डर इलाके तो बासपुर बंगले तो जिन्होंने पिछली बारी इलैक्शन भी कंटैसट की सी वो भी साडे विच बैठे हैं। वही इन्हों लैके जगह जगह प्रचार दौरे पर निकले हैं। असी उन्होंने भी पूरी संगत की कोटली शाहदौलत की तरफों धन्यवाद करते हैं जिन्होंने इन्होंने नौजवानों को इत्थे लिया के ते आप जी नाल कीर्तन और कथा की सांझ पवाई है। आओ भाई साहब जी 25 मिनट वास्ते आप जी नाल गुरमत विचारां नाल सांझ पाएंगे। वाहिगुरू जी का खालसा वाहिगुरू जी की फतेह। सतनाम श्री वाहिगुरु साहिब जीओ। वाहिगुरु साहिब जीओ। सेवक सिख पूजन सब आवहे, सब गावहे हर हर उत्तम बानी। गाविया सुनिया तिनका हर थाए पावै, जिन सतगुर की आज्ञा सत सत कर मानी। बोलह भाई हर कीरत, हर भव जल तीरथ। हर दर तिन की उत्तम बात है संतहो, हर कथा जिन जन हो जानी। हर दर तिन की उत्तम बात है संतहो, हर कथा जिन जन हो जानी। जे हूँ जाना आखा नाही, कहना कथन ना जाई। गुरा एक देह बुझाई, सबना जिया का एक दाता। सो मैं विसर ना जाई, सबना जिया का एक दाता। सो मैं विसर ना जाई। चवर छतर तख्त दे मालक, पतत पावन भगत वत्सल कृपा निधान गरीब नवाज सतगुरु। धन धन श्री गुरु ग्रंथ साहिब महाराज जी की पावन पवित्र हजूरी अंदर ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਅਪਾਰ ਕਿਰਪਾ ਮਹਿਰਾਮਤ ਦੇ ਸਦਕਾ ਆਪਾਂ ਸਾਰਿਆਂ ਨੂੰ ਗੁਰੂ ਚਰਨਾਂ ਅੰਦਰ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ।
ਆਪਾਂ ਗੁਰੂ ਸਵਾਰੇ ਰਾਗੀ ਸਿੰਘਾਂ ਪਾਸੋਂ ਕੀਰਤਨ ਸਰਵਣ ਕਰ ਰਹੇ ਸਾਂ। ਉਹਨਾਂ ਅਖੀਰ ਵਿੱਚ ਸ਼ਬਦ ਪੜਿਆ, ਗੁਰ ਜੀ ਕੇ ਦਰਸ਼ਨ ਕਉ ਬਲ ਜਾਓ। ਮਹਾਰਾਜ ਜੀ ਗੁਰਬਾਣੀ ਅੰਦਰ ਫਰਮਾਉਂਦੇ, ਹੈ ਅਕਾਲ ਪੁਰਖ ਜੀ, ਮੈਂ ਗੁਰੂ ਦੇ ਦਰਸ਼ਨਾਂ ਤੋਂ ਬਲਿਹਾਰ ਜਾਣਾ ਹਾਂ, ਸਦਕੇ ਜਾਣਾ ਹਾਂ। ਕਿਉਂ ਗੁਰੂ ਕੇ ਦਰਸ਼ਨਾਂ ਤੋਂ ਸਦਕੇ ਜਾਣਾ? ਕਿਉਂਕਿ ਗੁਰੂ ਕੇ ਦਰਸ਼ਨਾਂ ਦੀ ਬਰਕਤ ਇੰਨੀ ਹੈ, ਜਿਸ ਵੇਲੇ ਆਪਾਂ ਭੱਟਾਂ ਦੇ ਸਵਈਏ ਪੜ੍ਹਦੇ ਹਾਂ ਤੇ ਉਸ ਵਿੱਚ ਜਦੋਂ ਭੱਟ ਸਾਹਿਬਾਨ ਗੁਰੂ ਸਾਹਿਬ ਦੀ ਉਸਤਤ ਕਰਦੇ ਹਨ ਤੇ ਭੱਟ ਸਾਹਿਬਾਨ ਫਰਮਾਉਂਦੇ, ਅੰਮ੍ਰਿ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ। ਮਹਾਰਾਜ, ਜਿਹਦੇ ਵੱਲ ਤੁਸੀਂ ਅੰਮ੍ਰਿਤ ਦ੍ਰਿਸ਼ਟੀ ਕਰ ਦਿੰਦੇ ਹੋ, ਉਹਦੇ ਸਾਰੇ ਪਾਪ ਹਰ ਲੈਂਦੇ ਹੋ, ਖਤਮ ਕਰ ਦਿੰਦੇ ਹੋ। ਅੰਮ੍ਰਿ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ ਦੁਖ ਸੰਸਾਰ ਹੈ ਖੋਵੈ, ਗੁਰ ਨਵਨਿਧ ਦਰਿਆਓ ਜਨਮ ਹਮ ਕਾਲਖ ਧੋਵੈ। ਅਗਲੇ ਬਚਨ ਆਪਾਂ ਰੋਜ਼ ਪੜ੍ਹਦੇ ਹਾਂ, ਸੁਖ ਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਇਹ ਗੁਰੂ ਕੇ ਦਰਸ਼ਨਾਂ ਦੀ ਬਰਕਤ ਹੈ ਕਿ ਜਦੋਂ ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ, ਸਾਧ ਸੰਗਤ ਜੀ, ਮਨੁੱਖ ਦੇ ਜਨਮ ਮਰਨ ਦੇ ਦੁੱਖ ਦੂਰ ਹੋ ਜਾਂਦੇ ਹਨ, ਕੱਟੇ ਜਾਂਦੇ ਹਨ। ਜਨਮਾਂ ਜਨਮਾਂ ਦੀ ਮੈਲ ਕੱਟੀ ਜਾਂਦੀ ਹੈ। ਭਾਈ ਸੱਤਾ ਜੀ ਬਲਵੰਡ ਜੀ ਦੇ ਵੀ ਆਪਾਂ ਜਿਹੜੇ ਰਾਮਕਲੀ ਕੀ ਵਾਰ ਅੰਦਰ ਬਚਨ ਹਨ, ਉਹਨਾਂ ਦੇ ਆਪਾਂ ਰੋਜ਼ ਪੜ੍ਹਦੇ ਹਾਂ। ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਮਹਾਰਾਜ, ਜਨਮਾਂ ਜਨਮਾਂ ਦੀ ਮੈਲ ਕੱਟੀ ਜਾਂਦੀ ਹੈ ਤੁਹਾਡੇ ਦਰਸ਼ਨਾਂ ਨਾਲ। ਇਹ ਗੁਰੂ ਕੇ ਦਰਸ਼ਨਾਂ ਦੀ ਬਰਕਤ ਹੈ। ਜਿੱਥੇ ਆਪਾਂ ਮਹਾਰਾਜ ਜੀ ਦੇ ਬਾਹਰੀ ਦਰਸ਼ਨ ਕਰ ਰਹੇ ਹਾਂ, ਦਰਬਾਰ ਸਜਿਆ ਹੋਇਆ, ਸਤਿਗੁਰੂ ਜੀ ਸੁਭਾਏਮਾਨ ਹਨ। ਇਸੇ ਤਰ੍ਹਾਂ ਭਾਈ ਗੁਰਦਾਸ ਸਾਹਿਬ ਫਰਮਾਉਂਦੇ ਕਿ ਗੁਰੂ ਕੇ ਦਰਸ਼ਨ ਜਿੱਥੇ ਆਪਾਂ ਬਾਹਰੀ ਰੂਪ ਦੇ ਵਿੱਚ ਇਸ ਤਰ੍ਹਾਂ ਕਰਦੇ ਹਾਂ, ਉੱਥੇ ਇੱਕ ਦਰਸ਼ਨਾਂ ਦਾ ਰੂਪ ਹੈ ਗੁਰਮੂਰਤ, ਗੁਰ ਸ਼ਬਦ ਹੈ। ਗੁਰੂ ਦੇ ਸ਼ਬਦ ਦੀ ਵਿਚਾਰ, ਗੁਰੂ ਦੇ ਸ਼ਬਦ ਦਾ ਕੀਰਤਨ, ਗੁਰੂ ਦੇ ਸ਼ਬਦ ਦਾ ਪਾਠ, ਇਹ ਵੀ ਸਾਧ ਸੰਗਤ ਜੀ ਗੁਰੂ ਕੇ ਦਰਸ਼ਨ ਹਨ। ਸੋ ਮਹਾਰਾਜ ਜੀ ਨੇ ਸਾਨੂੰ ਸਾਰਿਆਂ ਨੂੰ ਸੁਭਾਗ ਬਖਸ਼ਿਆ। ਸੋ ਆਓ ਕੁਝ ਕੁ ਸਮਾਂ ਆਪਾਂ ਰਲ ਮਿਲ ਕੇ ਗੁਰੂ ਚਰਨਾਂ ਅੰਦਰ ਆਪਣੀ ਸੁਰਤ ਜੋੜਦਿਆਂ ਹੋਇਆਂ, ਗੁਰੂ ਦਰਬਾਰ ਅੰਦਰ ਆਪਣੀ ਹਾਜ਼ਰੀ ਲਵਾਉਂਦੇ ਹੋਏ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਵੇਲੇ ਆਪਾਂ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਦਰਸ਼ਨ ਕਰਦੇ ਹਾਂ, ਪਾਠ ਕਰਦੇ ਹਾਂ, ਮਹਾਰਾਜ ਜੀ ਦਾ ਬਚਨ ਆਉਂਦਾ ਹੈ, ਜਿਸ ਵਿੱਚ ਇੱਕ ਸ਼ਬਦ ਹੈ ਜੋ ਆਪਾਂ ਸਾਰਿਆਂ ਤੇ ਢੁਕਦਾ ਹੈ ਤੇ ਕੋਈ ਵੀ ਬੰਦਾ ਪੂਰੇ ਸੰਸਾਰ ਦੇ ਵਿੱਚ ਦਾਅਵੇ ਨਾਲ ਇਹ ਨਹੀਂ ਆਖ ਸਕਦਾ ਵੀ ਇਹ ਵਾਲਾ ਸ਼ਬਦ ਮੇਰੇ ਤੇ ਨਹੀਂ ਢੁਕਦਾ। ਉਹ ਸ਼ਬਦ ਹੈ ਜੀ ਭੁੱਲ, ਜਿਹਨੂੰ ਆਪਾਂ ਭੁੱਲਣਾ ਆਖ ਦਿੰਦੇ ਹਾਂ। ਗੁਰੂ ਮਹਾਰਾਜ ਜੀ ਫਰਮਾਉਂਦੇ ਕਿ ਜਿੰਨੇ ਵੀ ਸੰਸਾਰ ਦੇ ਵਿੱਚ ਆਪਾਂ ਉਤਪਤੀ ਵੇਖ ਰਹੇ ਹਾਂ, ਸਾਰਾ ਪਸਾਰਾ ਵੇਖ ਰਹੇ ਹਾਂ, ਜਿੰਨੇ ਵੀ ਜੀਵ ਹਨ, ਇਹਨਾਂ ਵਿੱਚੋਂ ਕੋਈ ਵੀ ਇੱਕ ਵੀ ਬੰਦਾ ਨਹੀਂ, ਇੱਕ ਵੀ ਜੀਵ ਨਹੀਂ ਜਿਹੜਾ ਸਿੱਧੇ ਤੌਰ ਤੇ ਇਹ ਆਖਦੇ ਵੀ ਮੈਂ ਕਦੀ ਭੁੱਲ ਨਹੀਂ ਕੀਤੀ। ਮਹਾਰਾਜ ਜੀ ਦੇ ਬਚਨ ਹਨ, ਭੁੱਲਣ ਅੰਦਰ ਸਭ ਕੋ। ਜਿੰਨਾ ਵੀ ਸੰਸਾਰ ਦਾ ਪਸਾਰਾ ਹੈ, ਜਿੰਨੇ ਵੀ ਲੋਕ ਹਨ, ਸਰੀਰ ਹਨ, ਮਹਾਰਾਜ ਫਰਮਾਉਂਦੇ ਸਾਰੇ ਭੁੱਲਣ ਦੇ ਵਿੱਚ ਹਨ। ਸਾਰਿਆਂ ਨੂੰ ਗਲਤੀ, ਸਾਰਿਆਂ ਨੂੰ ਭੁੱਲ ਲੱਗਦੀ। ਭੁੱਲਣ ਅੰਦਰ ਸਭ ਕੋ। ਪਰ ਅੱਗੇ ਮਹਾਰਾਜ ਜੀ ਨੇ ਫਰਮਾਇਆ, ਦੋ ਉਹ ਮਹਾਨ ਹਸਤੀਆਂ ਹਨ, ਭਾਵੇਂ ਬਾਹਰੀ ਰੂਪ ਦੇ ਵਿੱਚ ਦੋ ਹਨ, ਪਰ ਫਰਕ ਉਹਨਾਂ ਦੇ ਵਿੱਚ ਕੋਈ ਨਹੀਂ। ਅਸਲ ਦੇ ਵਿੱਚ ਹੈ ਉਹ ਇੱਕ ਹੀ। ਉਹ ਕੌਣ ਹਨ ਜੀ? ਜਿਹੜੇ ਕਦੀ ਨਹੀਂ ਭੁੱਲਦੇ। ਅੱਗੇ ਮਹਾਰਾਜ ਫਰਮਾਉਂਦੇ, ਭੁੱਲਣ ਅੰਦਰ ਸਭ ਕੋ ਅਭੁੱਲ, ਅਭੁੱਲ ਜਿਹੜਾ ਕਦੀ ਨਾ ਭੁੱਲੇ। ਉਹ ਕੌਣ ਹੈ? ਗੁਰੂ ਕਰਤਾਰ। ਇੱਕ ਗੁਰੂ ਨਹੀਂ ਭੁੱਲਦਾ, ਸੱਚਾ ਸਤਿਗੁਰੂ ਨਹੀਂ ਭੁੱਲਦਾ, ਤੇ ਦੂਜਾ ਸਾਧ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ, ਜਿਨੇ ਸਾਰਿਆਂ ਨੂੰ ਪੈਦਾ ਕੀਤਾ, ਸਾਰਿਆਂ ਨੂੰ ਰਚਿਆ, ਉਹ ਇੱਕ ਅਭੁੱਲ ਹੈ। ਬਾਕੀ ਆਪਾਂ ਜਿੰਨੇ ਵੀ ਜੀਵ ਹਾਂ ਇਸ ਸੰਸਾਰ ਦੇ ਉੱਤੇ, ਸਾਰੇ ਭੁੱਲਣ ਵਿੱਚ ਹਾਂ, ਗਲਤੀ ਵਿੱਚ ਹਾਂ। ਇਸੇ ਤਰ੍ਹਾਂ ਮਹਾਰਾਜ ਜੀ ਦਾ ਬਚਨ ਆਉਂਦਾ ਹੈ, ਭੁੱਲਣ ਵਿੱਚ ਕੀਆ ਸਭ ਕੋਈ। ਜਿੰਨੇ ਆਪਾਂ ਕੀਤੇ ਹੋਏ ਹਾਂ, ਜਿੰਨੇ ਪੈਦਾ ਕੀਤੇ ਹੋਏ ਹਾਂ, ਸਾਰੇ ਹੀ ਭੁੱਲਣ ਦੇ ਵਿੱਚ ਹਾਂ, ਗਲਤੀਆਂ ਕਰਦੇ ਹਾਂ।
ਪਰ ਅੱਗੇ ਸਾਹਿਬ ਫਰਮਾਉਂਦੇ ਕਰਤਾ ਆਪ ਨਾ ਭੁੱਲੇ। ਉਹ ਜਿੰਨੇ ਆਪਾਂ ਨੂੰ ਪੈਦਾ ਕੀਤਾ ਹੈ ਨਾ, ਉਹ ਕਦੀ ਨਹੀਂ ਭੁੱਲਦਾ, ਪਰ ਆਪਾਂ ਜੀਵ ਭੁੱਲਣ ਹਾਰੇ ਹਾਂ। ਤੇ ਜਿਹੜਾ ਬੰਦਾ ਭੁੱਲ ਜਾਵੇ, ਜਿਹਨੂੰ ਗਲਤੀ ਲੱਗ ਜਾਵੇ, ਹੁਣ ਆਪਾਂ ਆਮ ਕਿਤੇ ਕਿਸੇ ਰਾਹ ਤੋਂ ਅਣਜਾਣ ਹੋਈਏ ਤੇ ਭਟਕ ਜਾਈਦਾ ਨਾ, ਜਾਂ ਕਿਤੇ ਪਹਿਲਾਂ ਗਏ ਹੋਈਏ ਤੇ ਬਾਅਦ ਦੇ ਵਿੱਚ ਲੰਮੇ ਸਮੇਂ ਬਾਅਦ ਜਾਈਏ, ਉੱਥਾਂ ਦਾ ਮਾਹੌਲ ਬਦਲਿਆ ਹੋਵੇ, ਪਤਾ ਨਾ ਲੱਗੇ, ਭੁੱਲ ਜਾਈਏ, ਤੇ ਫਿਰ ਭੁੱਲੇ ਹੋਏ ਨੂੰ ਜੇ ਆਪਾਂ ਕਿਸੇ ਹੋਰ ਤੋਂ ਪੁੱਛੀਏ ਰਾਹ, ਤੇ ਅਗਲਾ ਵੀ ਭੁੱਲਿਆ ਹੋਵੇ, ਉਹ ਸਿੱਧੇ ਰਾਹ ਤੇ ਨਹੀਂ ਪਾ ਸਕਦਾ। ਰਾਹ ਤੇ ਉਹ ਪਾਏਗਾ ਜਿਹੜਾ ਆਪ ਉੱਥੋਂ ਦਾ ਜਾਣੂ ਹੋਏ। ਹੁਣ ਸਾਨੂੰ ਇੱਥੇ ਕੋਈ ਕਿਸੇ ਪਾਸੇ, ਇਹ ਤੁਹਾਡੇ ਇੱਥੇ ਸ਼ਹਿਰ ਦੀ ਜਾਂ ਪਿੰਡ ਦੀ ਗਲੀ ਪੁੱਛ ਲਈ, ਰਾਹ ਪੁੱਛ ਲਈ, ਸਾਨੂੰ ਨਹੀਂ ਪਤਾ ਹੋਏਗਾ, ਅਸੀਂ ਅਣਜਾਣ ਹਾਂ। ਪਰ ਤੁਹਾਨੂੰ, ਤੁਸੀਂ ਇੱਥੋਂ ਦੇ ਜਾਣਨ ਵਾਲੇ ਹੋ, ਜੇ ਤੁਹਾਨੂੰ ਕੋਈ ਪੁੱਛੇਗਾ ਵੀ ਫਲਾਣੀ ਥਾਂ ਤੇ ਜਾਣਾ, ਇਹਦਾ ਰਾਹ ਕਿਹੜੇ ਪਾਸੇ, ਤੁਸੀਂ ਇੱਥੇ ਪਲੇ ਹੋ, ਇੱਥੇ ਜੰਮੇ ਹੋ, ਤੁਹਾਨੂੰ ਇੱਕ ਇੱਕ ਜਗ੍ਹਾ ਦਾ ਪਤਾ ਹੈ। ਇਸੇ ਤਰ੍ਹਾਂ ਮਹਾਰਾਜ ਨੇ ਕਿਹਾ ਕਿ ਅਸੀਂ ਸਾਰੇ ਜੀਵ ਭੁੱਲਣ ਵਿੱਚ ਹਾਂ, ਤੇ ਭੁੱਲੇ ਹੋਏ ਬੰਦੇ ਨੂੰ ਉਹੀ ਰਾਹ ਪਾ ਸਕਦਾ ਜਿਹਨੂੰ ਆਪ ਪਤਾ ਹੈ, ਜਿਹੜਾ ਆਪ ਜਾਣਦਾ ਹੈ। ਤੇ ਜੇਕਰ ਭੁੱਲਿਆ ਭੁੱਲੇ ਤੋਂ ਹੀ ਰਾਹ ਪੁੱਛੇ, ਫਿਰ ਉਹ ਹੋਰ ਭਟਕੇਗਾ, ਹੋਰ ਖਵਾਰ ਹੋਏਗਾ। ਤੇ ਫਿਰ ਮਹਾਰਾਜ ਜੀ, ਜੇ ਅਸੀਂ ਸਾਰੇ ਜੀਵ ਭੁੱਲੇ ਹੋਏ ਹਾਂ, ਅਸੀਂ ਸਾਰੇ ਭਟਕਣਾ ਦੇ ਵਿੱਚ ਹਾਂ, ਤੇ ਫਿਰ ਇਹ ਵੀ ਕਿਰਪਾ ਕਰੋ, ਜਿੱਥੇ ਤੁਸੀਂ ਇਹ ਦੱਸਿਆ ਵੀ ਸਾਰਾ ਸੰਸਾਰ ਭੁੱਲਾਂ ਕਰਦਾ ਹੈ, ਭੁੱਲਣ ਦੇ ਵਿੱਚ ਹੈ, ਤੇ ਫਿਰ ਸਾਡਾ ਜਿਹੜਾ ਮਾਰਗਦਰਸ਼ਨ ਕਰਨ ਵਾਲਾ ਕੌਣ ਬਣੇ? ਤੇ ਸਾਹਿਬ ਜੀ ਫਰਮਾਉਂਦੇ, ਭੁੱਲਿਆ ਹੋਇਆਂ ਨੂੰ ਰਾਹ ਦੱਸਣ ਵਾਲਾ ਉਹ ਇੱਕੋ ਹੀ ਹੈ। ਉਹ ਕੌਣ ਹੈ ਜੀ? ਭੁੱਲੇ ਮਾਰਗ ਜਿਨਹੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਗੁਰੂ ਹੈ ਜਿਹੜਾ ਸਾਨੂੰ ਭੁੱਲਿਆ ਹੋਇਆਂ ਨੂੰ ਮਾਰਗ ਤੇ ਪਾਏਗਾ, ਭੁੱਲਿਆ ਹੋਇਆਂ ਨੂੰ ਰਾਹ ਦਰਸਾਏਗਾ। ਭੁੱਲੇ ਮਾਰਗ ਜਿਨਹੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਹੁਣ ਆਪਾਂ ਰੋਜ਼ਾਨਾ ਸਾਧ ਸੰਗਤ ਜੀ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰਦੇ ਹਾਂ, ਗੁਰਮੁਖ ਪਾਠ ਵੀ ਕਰਦੇ ਹੋਣਗੇ। ਆਸਾ ਦੀ ਵਾਰ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੇ 24 ਪੌੜੀਆਂ ਉਚਾਰੀਆਂ। ਇਹਨਾਂ 24 ਪੌੜੀਆਂ ਦੇ ਨਾਲ 60 ਸ਼ਲੋਕ ਹਨ, ਤੇ ਇਹਨਾਂ 60 ਸ਼ਲੋਕਾਂ ਦੇ ਵਿੱਚੋਂ 45 ਸ਼ਲੋਕ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਦੇ ਹਨ, ਤੇ 15 ਸ਼ਲੋਕ ਆਸਾ ਦੀ ਵਾਰ ਦੇ ਵਿੱਚ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੇ ਹਨ। ਇਸ ਤਰ੍ਹਾਂ ਕੁੱਲ ਸ਼ਲੋਕ ਆਸਾ ਦੀ ਵਾਰ ਦੇ ਹਨ ਜੀ 60। ਜਿਸ ਵੇਲੇ ਆਸਾ ਦੀ ਵਾਰ ਦੀ ਆਰੰਭਤਾ ਹੁੰਦੀ ਹੈ, ਆਸਾ ਦੀ ਵਾਰ ਦੀ ਆਰੰਭਤਾ ਵੇਲੇ ਮਹਾਰਾਜ ਪਹਿਲਾਂ ਮੰਗਲ ਰੂਪ ਦੇ ਵਿੱਚ ਮੂਲ ਮੰਤਰ ਮਹਾਰਾਜ ਜੀ ਨੇ ਦਰਜ ਕੀਤਾ, ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਸ ਤੋਂ ਬਾਅਦ ਫਿਰ ਸਿਰਲੇਖ ਹੁੰਦਾ ਆਸਾ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਵਾਰ ਹੈ, ਭਾਵ ਜਿੰਨੀਆਂ ਪੌੜੀਆਂ ਹਨ ਵਾਰ ਵਿੱਚ, ਉਹ ਸਾਰੀਆਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਹਨ। ਫਿਰ ਉਸ ਤੋਂ ਬਾਅਦ ਅੱਗੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 22 ਵਾਰਾਂ ਹਨ, ਤੇ 22 ਵਾਰਾਂ ਦੇ ਵਿੱਚੋਂ 9 ਵਾਰਾਂ ਦੇ ਉੱਤੇ ਧੁਨੀਆਂ ਦਰਜ ਹਨ। ਉਸ ਵੇਲੇ ਦੀਆਂ ਜੋ ਪ੍ਰਚਲਿਤ ਧੁਨਾਂ ਸਨ, ਜਿਹੜਾ ਸਮਾਜ ਦੇ ਵਿੱਚ ਲੋਕਾਂ ਦੇ ਵਿੱਚ ਪ੍ਰਸਿੱਧ ਸਨ, ਸਤਿਗੁਰੂ ਜੀ ਨੇ ਉਹ ਵਾਰਾਂ ਦੇ ਉੱਤੇ 22 ਵਾਰਾਂ ਦੇ ਵਿੱਚੋਂ 9 ਵਾਰਾਂ ਤੇ ਦਰਜ ਕੀਤੀਆਂ। ਜਿਵੇਂ ਆਸਾ ਦੀ ਵਾਰ ਦੇ ਉੱਤੇ ਧੁਨੀ ਦਰਜ ਹੈ, ਵਾਰ ਸ਼ਲੋਕਾਂ ਨਾਲ ਸ਼ਲੋਕ ਭੀ ਮਹੱਲੇ ਪਹਿਲੇ ਕੇ ਲਿਖੇ, ਟੁੰਡੇ ਅਸ ਰਾਜੇ ਕੀ ਧੁਨੀ। ਇਹ ਮਹਾਰਾਜ ਜੀ ਨੇ ਧੁਨੀ ਦਰਜ ਕੀਤੀ। ਇਸ ਤੋਂ ਬਾਅਦ ਫਿਰ ਸ਼ਲੋਕ ਆਉਂਦਾ, ਸ਼ਲੋਕ ਮਹੱਲਾ ਪਹਿਲਾ, ਪਹਿਲੀ ਪੌੜੀ ਦੇ ਨਾਲ 3 ਸ਼ਲੋਕ ਹਨ, ਤੇ ਤਿੰਨੇ ਸ਼ਲੋਕਾਂ ਦੇ ਵਿੱਚ ਹੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਤੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਹੁਣ ਗੁਰੂ ਦੀ ਮਹਾਨਤਾ ਦਰਸਾਉਂਦੇ ਹਨ ਕਿ ਅਸੀਂ ਸਾਰੇ ਜੀਵ ਭੁੱਲੇ ਹੋਏ ਹਾਂ, ਭੁੱਲਿਆਂ ਨੂੰ ਰਾਹ ਪਾਉਣ ਵਾਲਾ ਹੈ ਗੁਰੂ। ਤੇ ਗੁਰੂ ਦੀ ਮਹਾਨਤਾ ਕੀ ਹੈ? ਸਾਹਿਬ ਜੀ ਫਰਮਾਉਂਦੇ ਗੁਰੂ ਨਾਨਕ ਸਾਹਿਬ, ਬਲਿਹਾਰੀ ਗੁਰੇ ਆਪਣੇ, ਆਸਾ ਦੀ ਵਾਰ ਦਾ ਪਹਿਲਾ ਸ਼ਲੋਕ, ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ। ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਣਾ ਹਾਂ, ਵਾਰਨੇ ਜਾਣਾ ਹਾਂ, ਸਦਕੇ ਜਾਣਾ ਹਾਂ। ਕਿਉਂ? ਕਿਉਂਕਿ ਉਹ ਗੁਰੂ ਦੇ ਵਿੱਚ ਇਹ ਸਮਰੱਥਾ ਹੈ, ਇਹ ਸ਼ਕਤੀ ਹੈ, ਇਹ ਪਾਵਰ ਹੈ ਕਿ ਗੁਰੂ ਇੱਕ ਖਿੰਡ ਜਿੰਨੇ ਸਮੇਂ ਦੇ ਵਿੱਚ ਬੰਦੇ ਦਾ ਜੀਵਨ ਬਦਲ ਕੇ ਰੱਖ ਦਿੰਦਾ ਹੈ। ਬਲਿਹਾਰੀ ਗੁਰੇ ਆਪਣੇ, ਮੈਂ ਆਪਣੇ ਗੁਰੂ ਤੋਂ ਬਲਿਹਾਰ ਹਾਂ। ਦਿਉਹਾੜੀ ਸਦਵਾਰ, ਤੇ ਦਿਹਾੜੀ ਦੇ ਵਿੱਚ 100-100 ਵਾਰ ਮੈਂ ਬਾਰ-ਬਾਰ ਆਪਣੇ ਗੁਰੂ ਤੋਂ ਬਲਿਹਾਰ ਜਾਣਾ ਹਾਂ, ਸਦਕੇ ਜਾਣਾ ਹਾਂ। ਕਿਉਂ?
ਜਿਨ ਮਾਨਸ ਤੇ ਦੇਵਤੇ ਕੀਏ। ਇੱਕ ਆਮ ਮਨੁੱਖਾਂ ਤੋਂ ਜਿਨ੍ਹਾਂ ਦੇ ਵਿੱਚ ਕੋਈ ਗੁਣ ਸੀ, ਉਹਨਾਂ ਦੇ ਵਿੱਚ ਸ਼ੁਭ ਗੁਣਾਂ ਦੀ ਦਾਤ ਗੁਰੂ ਨੇ ਬਖਸ਼ਿਸ਼ ਕਰਕੇ ਉਹਨਾਂ ਨੂੰ ਵੀ ਦੇਵਤਿਆਂ ਦੇ ਸਮਾਨ ਕਰ ਦਿੱਤਾ। ਤੇ ਕੀਤਾ ਕਿੰਨੇ ਸਮੇਂ ਦੇ ਵਿੱਚ? ਇਹ ਨਹੀਂ ਵੀ ਕੋਈ ਲੰਮੇ ਸਮੇਂ ਦਾ ਕੋਰਸ ਕਰਨਾ ਪਿਆ ਤੇ ਫਿਰ ਬੰਦੇ ਦਾ ਸੁਭਾਅ ਬਦਲਿਆ। ਸਾਧ ਸੰਗਤ ਜੀ, ਗੁਰੂ ਦੇ ਵਿੱਚ ਰਹਿਮਤ ਹੈ, ਬਖਸ਼ਿਸ਼ ਹੈ। ਗੁਰੂ ਆਪਣੀ ਇੱਕ ਮਿਹਰ ਦੀ ਨਿਗਾਹ ਦੇ ਨਾਲ ਗੁਰੂ ਵਾਸਤੇ ਖਿੰਨ ਸ਼ਬਦ ਵੀ ਵਰਤਣਾ ਵੱਡਾ ਹੈ। ਮਹਾਰਾਜ ਖਿੰਨ ਤੋਂ ਵੀ ਘੱਟ ਸਮੇਂ ਦੇ ਵਿੱਚ ਬੰਦੇ ਦਾ ਜੀਵਨ ਬਦਲ ਕੇ ਰੱਖ ਦਿੰਦੇ। ਬਲਿਹਾਰੀ ਗੁਰੇ ਆਪਣੇ ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ। ਕਿੰਨਾ ਕੁ ਸਮਾਂ ਲੱਗਾ ਦੇਵਤੇ ਕਰਨ ਦੇ ਵਿੱਚ? ਅੱਗੇ ਸ਼ਬਦ ਜੀ, ਕਰਤ ਨਾ ਲਾਗੀ ਵਾਰ, ਕੋਈ ਸਮਾਂ ਨਹੀਂ ਲੱਗਾ। ਮਹਾਰਾਜ ਜੀ ਜਿਵੇਂ ਆਪਾਂ ਸ਼ਬਦ ਪੜ੍ਹਿਆ ਨਾ, ਅੰਮਿਆ ਦ੍ਰਿਸ਼ਟ ਸ਼ੁਭ ਕਰੈ, ਆਪਣੀ ਅੰਮ੍ਰਿਤ ਦੀ ਨਿਗਾਹ ਜਿਹਦੇ ਵੱਲ ਕਰ ਦਿੱਤੀ, ਇੱਕ ਖਿੰਨ ਮਾਤਰ ਸਮੇਂ ਦੇ ਵਿੱਚ ਉਹਦੇ ਸਾਰੇ ਪਾਪ ਦੂਰ ਕਰ ਦਿੱਤੇ। ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਦੂਜਾ ਸ਼ਲੋਕ ਸਾਧ ਸੰਗਤ ਜੀ, ਪਹਿਲੀ ਪੌੜੀ ਦੇ ਨਾਲ ਆਸਾ ਦੀ ਵਾਰ ਅੰਦਰ ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦਾ ਹੁੰਦਾ ਹੈ। ਮਹੱਲਾ ਦੂਜਾ। ਜੇ ਸੋ ਚੰਦਾ ਉਗਵਹਿ, ਸੂਰਜ ਚੜ੍ਹੇ ਹਜ਼ਾਰ। ਹੁਣ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਫਰਮਾਉਂਦੇ ਕਿ ਜਿਵੇਂ ਸੂਰਜ ਦੇ ਛਿਪਣ ਨਾਲ ਰਾਤ ਹੋ ਜਾਂਦੀ ਹੈ, ਸੂਰਜ ਛਿਪਿਆ, ਹਨੇਰਾ ਹੋ ਗਿਆ, ਰਾਤ ਪਈ, ਤੇ ਜਿਸ ਵੇਲੇ ਫਿਰ ਸੂਰਜ ਆਪਣਾ ਅਗਲਾ ਦਿਨ ਚੜ੍ਹਿਆ, ਪ੍ਰਕਾਸ਼ ਹੁੰਦਾ ਹੈ, ਤੇ ਸਾਰੇ ਪਾਸੇ ਸੂਰਜ ਦੀਆਂ ਕਿਰਨਾਂ ਚਾਨਣ ਕਰ ਦਿੰਦੀਆਂ ਹਨ, ਪ੍ਰਕਾਸ਼ ਕਰ ਦਿੰਦੀਆਂ ਹਨ। ਹੁਣ ਵੇਖੋ, ਦਿਨ ਚੜ੍ਹਿਆ ਹੈ, ਸੂਰਜ ਚੜ੍ਹਦਾ ਪਿਆ, ਤੇ ਇੱਕ ਸੂਰਜ ਦੇ ਨਾਲ ਕਿੰਨਾ ਪ੍ਰਕਾਸ਼ ਹੋ ਗਿਆ ਵੀ ਰਾਤ ਦੇ ਹਨੇਰੇ ਦੇ ਵਿੱਚ ਕੱਖ ਵੀ ਨਹੀਂ ਸੀ ਦਿਸਦਾ। ਹੁਣ ਇੱਕ ਸੂਰਜ ਚੜ੍ਹਿਆ ਤੇ ਕਿੰਨਾ ਪ੍ਰਕਾਸ਼ ਹੋ ਗਿਆ। ਤੇ ਮਹਾਰਾਜ ਜੀ ਨੇ ਫਰਮਾਇਆ, ਗੁਰੂ ਅੰਗਦ ਸਾਹਿਬ ਨੇ, ਕਿ ਜੇਕਰ ਹਨੇਰੀ ਰਾਤ ਦੇ ਵਿੱਚ ਇਸੇ ਤਰ੍ਹਾਂ ਹੀ ਜਦੋਂ ਪੂਰਨਮਾਸ਼ੀ ਵਾਲੀ ਰਾਤ ਹੋਵੇ, ਚੰਦਰਮਾ ਪੂਰਾ ਚੜ੍ਹਿਆ ਹੋਵੇ, ਇੱਕ ਚੰਦਰਮਾ ਦੇ ਨਾਲ ਸਾਰੀ ਰਾਤ ਦੇ ਵਿੱਚ ਕਿੰਨਾ ਪ੍ਰਕਾਸ਼ ਹੁੰਦਾ। ਗੁਰੂ ਅੰਗਦ ਸਾਹਿਬ ਕਹਿਣ ਲੱਗੇ, ਇੱਕ ਛੱਡੋ 100 ਚੰਦਰਮਾ ਇਕੱਠਾ ਚੜ੍ਹ ਜਾਵੇ, ਤੇ ਇਸੇ ਤਰ੍ਹਾਂ ਹੀ ਦਿਨ ਦੇ ਵਿੱਚ ਇੱਕ ਛੱਡੋ, ਇੱਕ ਦੀ ਥਾਂ ਹਜ਼ਾਰਾਂ ਸੂਰਜ ਇਕੱਠੇ ਚੜ੍ਹ ਜਾਣ, ਇੰਨਾ ਚਾਨਣ ਹੋ ਜਾਵੇ। ਜੇ 100 ਚੰਦਾ ਉਗਵਹਿ, ਸੂਰਜ ਚੜ੍ਹੇ ਹਜ਼ਾਰ, ਹਜ਼ਾਰਾਂ ਸੂਰਜ ਇਕੱਠੇ ਚੜ੍ਹ ਜਾਣ। ਤੇ ਮਹਾਰਾਜ ਫਰਮਾਉਂਦੇ, ਇੰਨਾ ਚਾਨਣ। ਆਂਦੇ ਇੰਨਾ ਚਾਨਣ ਹੋਣ ਦੇ ਬਾਵਜੂਦ ਵੀ ਜੇ ਬੰਦੇ ਦੀ ਜ਼ਿੰਦਗੀ ਦੇ ਵਿੱਚ ਗੁਰੂ ਨਹੀਂ ਆਇਆ, ਗੁਰੂ ਕਾ ਸ਼ਬਦ ਨਹੀਂ ਆਇਆ, ਗੁਰੂ ਕਾ ਬਖਸ਼ਿਆ ਗਿਆਨ ਨਹੀਂ ਆਇਆ, ਭਾਵੇਂ ਬਾਹਰੀ ਰੂਪ ਦੇ ਵਿੱਚ ਇੰਨਾ ਚਾਨਣ ਹੋਵੇ, ਹਜ਼ਾਰਾਂ ਸੂਰਜ ਇਕੱਠੇ ਚੜੇ ਹੋਣ, 100 ਚੰਦਰਮਾ ਇਕੱਠਿਆ ਚੜਿਆ ਹੋਵੇ, ਪਰ ਜਿਸ ਮਨੁੱਖ ਦੇ ਜੀਵਨ ਦੇ ਵਿੱਚ ਗੁਰੂ ਨਹੀਂ, ਸਾਧ ਸੰਗਤ ਜੀ, ਮਹਾਰਾਜ ਆਂਦੇ ਉਹਦੇ ਜੀਵਨ ਵਿੱਚ ਤਾਂ ਵੀ ਘੁੱਪ ਹਨੇਰਾ ਰਹੇਗਾ। ਜੇ ਸੋ ਚੰਦਾ ਉਗਵਹਿ, ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰੂ ਤੋਂ ਬਿਨਾਂ ਘੁੱਪ ਹਨੇਰਾ ਹੈ। ਭੱਟ ਸਾਹਿਬਾਨਾਂ ਦੇ ਬਚਨ ਪੜ੍ਹਦੇ ਹਨ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਹੁਣ ਇਸੇ ਤਰ੍ਹਾਂ ਅਗਲਾ ਜਿਹੜਾ ਤੀਸਰਾ ਸ਼ਲੋਕ ਹੈ, ਤੀਜਾ, ਉਹ ਹੈ ਜੀ, ਨਾਨਕ ਗੁਰੂ ਨਾ ਚੇਤਨੀ। ਪਹਿਲੇ ਪਾਤਸ਼ਾਹ ਜੀ ਦਾ ਮਹੱਲਾ ਪਹਿਲਾ, ਨਾਨਕ ਗੁਰੂ ਨਾ ਚੇਤਨੀ, ਮਨ ਆਪਣਾ ਸੁਚੇਤ। ਹੁਣ ਬੰਦੇ ਨੂੰ ਭੁਲੇਖਾ ਪੈ ਜਾਵੇ ਕਿ ਮੈਂ ਬੜਾ ਸਿਆਣਾ ਹੋ ਗਿਆ, ਮੈਂ ਬੜਾ ਪੜ੍ਹਿਆ ਲਿਖਿਆ ਹਾਂ, ਮੈਨੂੰ ਕੋਈ ਲੋੜ ਨਹੀਂ ਜੀ ਗੁਰੂ ਦੀ। ਗੁਰੂ ਨਾਨਕ ਸਾਹਿਬਾਂ ਦੇ ਏਡੇ ਵੱਡੇ ਭੁਲੇਖੇ ਦੇ ਵਿੱਚ ਹੈ, ਨਾਨਕ ਗੁਰੂ ਨਾ ਚੇਤਨੀ, ਮਨ ਆਪਣਾ ਸੁਚੇਤ। ਗੁਰੂ ਨੂੰ ਚੇਤੇ ਨਹੀਂ ਕਰਦੇ, ਆਪਣੇ ਮਨੋ ਮਣੀ ਬੜੀ ਸਿਆਣਪ ਘੋਟੀ ਜਾ ਰਹੇ ਹਾਂ ਵੀ ਮੇਰੇ ਵਰਗਾ ਸਿਆਣਾ ਕੋਈ ਨਹੀਂ। ਸਤਿਗੁਰੂ ਜੀ ਫਰਮਾਉਂਦੇ, ਪਤਾ ਇਹੋ ਜਿਹੀ ਬੰਦਿਆਂ ਦੀ ਹਾਲਤ ਕੀ ਹੁੰਦੀ ਹੈ। ਨਾਨਕ ਗੁਰੂ ਨਾ ਚੇਤਨੀ, ਮਨ ਆਪਣਾ ਸੁਚੇਤ, ਛੁੱਟੇ ਤਿਲ ਬੁਆੜ ਜਿਉ ਸੁੰਝੇ ਅੰਦਰ ਖੇਤ। ਆਂਦੇ ਜਿਹੜੇ ਬੰਦੇ ਗੁਰੂ ਨੂੰ ਛੱਡ ਕੇ ਆਪਣੇ ਆਪ ਦੇ ਵਿੱਚ ਸਿਆਣੇ ਬਣੇ ਫਿਰਦੇ ਹਨ, ਉਹਨਾਂ ਦੀ ਹਾਲਤ ਐਵੇਂ ਹੈ ਜਿਵੇਂ ਇੱਕ ਕਿਸਾਨ ਤਿਲਾਂ ਦੀ ਖੇਤੀ ਕਰੇ ਤੇ ਉਹਦੇ ਵਿੱਚ ਜਿਹੜੇ ਬੁਆੜ ਤਿਲ ਹਨ, ਬੁਆੜ ਤਿਲ ਜੀ ਜਿਹੜੇ ਸੜੇ ਹੋਏ ਤਿਲ ਹਨ, ਬਾਹਰੋਂ ਪੌਦਾ ਉਵੇਂ ਉੱਗਿਆ ਹੈ, ਫਲੀ ਪਈ ਹੈ, ਅੰਦਰ ਹੈ ਵੀ ਇਹਦੇ ਤਿਲ ਹੋਣਗੇ, ਪਰ ਬਾਹਰੋਂ ਉਹਦਾ ਰੂਪ ਬਿਲਕੁਲ ਦੂਜਿਆਂ ਵਾਂਗ ਹੈ, ਪਰ ਜਦੋਂ ਅੰਦਰੋਂ ਵੇਖੀਏ ਤੇ ਅੰਦਰੋਂ ਉਹਦੇ ਅੰਦਰ ਤਿਲਾਂ ਦੀ ਥਾਂ ਸਵਾਹ ਹੁੰਦੀ ਹੈ। ਉਹ ਬੁਆੜ ਤਿਲ ਹਨ, ਬਾਹਰੋਂ ਦਿਸਣ ਦੇ ਵਿੱਚ ਚੰਗੇ ਭਲੇ ਲੱਗਦੇ ਹਨ, ਜਦੋਂ ਵੇਖੀਏ ਵੀ ਹਾਂ ਬੜੇ ਸਿਆਣੇ ਹਨ, ਗੱਲਾਂ ਬੜੀਆਂ ਸੋਹਣੀਆਂ ਕਰਦੇ ਗਿਆਨ ਵਾਲੀਆਂ,
ਪਰ ਜੇਕਰ ਗੁਰੂ ਤੋਂ ਮੁਨਕਰ ਹੋ ਕੇ ਆਪਣੇ ਆਪ ਦੇ ਵਿੱਚ ਸਿਆਣਪ ਹੈ, ਮਹਾਰਾਜ ਆਂਦੇ ਇਹੋ ਜਿਹੇ ਮਨੁੱਖਾਂ ਦੀ ਹਾਲਤ ਬਵਾੜ ਤਿਲ ਦੀ ਨਿਆਈ ਹੁੰਦੀ ਹੈ। ਉੱਗਦੇ ਭਾਵੇਂ ਦੂਜੇ ਤਿਲਾਂ ਦੇ ਵਾਂਗ ਹੀ ਖੇਤ ਦੇ ਵਿੱਚ ਹਨ, ਪਰ ਅੰਦਰ ਕਾਲਖ ਹੀ ਭਰੀ ਹੁੰਦੀ ਹੈ ਤਿਲਾਂ ਦੀ ਥਾਂ ਤੇ। ਫਿਰ ਇਹੋ ਜਿਹਿਆਂ ਦੀ ਹਾਲਤ ਕੀ ਹੁੰਦੀ? ਨਾਨਕ ਗੁਰੂ ਨਾ ਚੇਤਨੀ, ਮਨ ਆਪਣਾ ਸੁਚੇਤ, ਛੁੱਟੇ ਤਿਲ ਬੁਆੜ ਜਿਉ, ਸੁਣੇ ਅੰਦਰ ਖੇਤ, ਖੇਤੈ ਅੰਦਰ ਛੁੱਟਿਆ। ਹੁਣ ਅੰਦਰ ਤਿਲ ਤੇ ਹੈ ਨਹੀਂ, ਅੰਦਰ ਗੁਣ ਤੇ ਹੈ ਨਹੀਂ ਜਿਹੜੇ ਗੁਣ ਹੋਣੇ ਚਾਹੀਦੇ ਸਨ। ਜ਼ਬਾਨ ਦੇ ਉੱਤੋਂ ਗੱਲਾਂ ਸੋਹਣੀਆਂ ਨਿਕਲਦੀਆਂ ਹਨ, ਪਰ ਜਦੋਂ ਅੰਦਰੋਂ ਆਚਰਨ, ਅੰਦਰ ਦਾ ਜੀਵਨ, ਜੀਓ ਮੈਲੇ ਬਾਹਰੋਂ ਨਿਰਮਲ, ਇਹ ਵਾਲੀ ਗੱਲ ਹੈ। ਹੁਣ ਜੇਕਰ ਬਾਹਰੋਂ ਬਾਹਰ ਗੱਲਾਂ ਚੰਗੀਆਂ ਹਨ, ਪਰ ਅੰਦਰ ਬਵਾੜ ਤਿਲ ਦੇ ਨਿਆਈ ਕਾਲਖ ਹੀ ਭਰੀ ਹੋਈ ਹੈ, ਮਹਾਰਾਜ ਜੀ ਆਂਦੇ ਫਿਰ ਕਿਸਾਨ ਉਹਨਾਂ ਨੂੰ ਚੁੱਕਦਾ ਨਹੀਂ, ਉਹਨਾਂ ਨੂੰ ਆਪਣੇ ਨਾਲ ਨਹੀਂ ਖੜਦਾ। ਜਿਹੜੇ ਤਿਲਾਂ ਦੇ ਪੌਦਿਆਂ ਦੇ ਵਿੱਚ ਅੰਦਰ ਅਸਲ ਦੇ ਵਿੱਚ ਤਿਲ ਹਨ, ਉਹਨਾਂ ਦੀ ਕੀਮਤ ਪੈਂਦੀ ਹੈ। ਉਹਨਾਂ ਨੂੰ ਕਿਸਾਨ ਵੱਢ ਕੇ ਤੇ ਆਪਣੇ ਕੰਮਕਾਰ ਲਾਉਂਦਾ ਹੈ, ਤੇ ਬਾਕੀ ਜਿਹੜੇ ਬਵਾੜ ਤਿਲ ਹਨ ਜਿਨ੍ਹਾਂ ਦੇ ਅੰਦਰ ਕਾਲਖ ਹੈ, ਉਹ ਉੱਥੇ ਨਖਸਮੇ ਹੀ ਉਹ ਖੇਤ ਦੇ ਵਿੱਚ ਪਏ ਰਹਿੰਦੇ ਹਨ। ਛੁੱਟੇ ਤਿਲ ਬਵਾੜ ਜਿਉ, ਸੁਣੈ ਅੰਦਰ ਖੇਤ, ਖੇਤੈ ਅੰਦਰ ਛੁੱਟਿਆ, ਕਹੋ ਨਾਨਕ ਸੋ ਨਾ। ਹੁਣ ਇੱਕ ਜ਼ਿਮੀਂਦਾਰ ਨੇ ਉਹਨਾਂ ਨੂੰ ਨਹੀਂ ਵੱਢਿਆ। ਕਿਉਂ ਨਹੀਂ ਵੱਢਿਆ? ਅੰਦਰ ਕਾਲਖ ਸੀ। ਪਰ ਉਹਨਾਂ ਦੇ 100 ਖਸਮ ਹੋਰ ਬਣ ਗਏ। ਕਿਵੇਂ ਬਣੇ? ਲੋਕਾਂ ਨੇ ਕਿਹਾ ਵੀ ਕੋਈ ਨਹੀਂ, ਉਹਨਾਂ ਦੇ ਤਿਲਾਂ ਦੀ ਖੇਤੀ ਦੇ ਵਿੱਚ ਜਿਹੜੇ ਬਵਾੜ ਤਿਲਾਂ ਦੇ ਪੌਦੇ ਹਨ ਉਹ ਉੱਥੇ ਹੀ ਪਏ ਹਨ, ਉਹਨਾਂ ਨੂੰ ਘਰ ਲਿਆਵਾਂਗੇ ਤੇ ਘਰ ਲਿਆ ਕੇ ਬਾਲਣ ਦੇ ਤੇ ਕੰਮ ਆਉਣਗੇ। ਤੇ ਫਿਰ ਪਿੰਡ ਦੇ ਵਿੱਚੋਂ ਲੋਕ ਆਏ, ਜ਼ਿਮੀਂਦਾਰ ਜਿਹੜੇ ਚੰਗੇ ਤਿਲਾਂ ਦੀ ਖੇਤੀ ਸੀ ਉਹਨਾਂ ਨੂੰ ਆਪਣੇ ਨਾਲ ਵੱਢ ਕੇ ਲੈ ਗਿਆ, ਤੇ ਬਾਕੀ ਜਿਹੜੇ ਉੱਥੇ ਪਏ ਰਹੇ, ਇੱਕ ਮਾਲਕ ਦੇ ਨਾ ਹੋਣ ਕਰਕੇ ਉਹਨਾਂ ਦੇ 100 ਖਸਮ ਹੋ ਗਏ। ਛੁੱਟੇ ਤਿਲ ਬਵਾੜ ਜਿਉ, ਸੁਣੈ ਅੰਦਰ ਖੇਤ, ਖੇਤੈ ਅੰਦਰ ਛੁੱਟਿਆ, ਕਹੋ ਨਾਨਕ ਸੋ ਨਾਹ। ਫਲੀਐ ਫੁੱਲੀਐ ਬਪੁੜੇ, ਫਲਦੇ ਵੀ ਹਨ ਫੁੱਲਦੇ ਵੀ ਹਨ। ਕਹਿਣ ਤੋਂ ਭਾਵ ਕਿ ਬਾਹਰੀ ਰੂਪ ਉਹਨਾਂ ਦਾ ਬਿਲਕੁਲ ਦੂਜੇ ਤਿਲਾਂ ਦੇ ਵਾਂਗ ਹੁੰਦਾ ਹੈ, ਜਿਵੇਂ ਦੇ ਦੂਜੇ ਪੌਦੇ ਹੁੰਦੇ ਹਨ, ਪਰ ਅੰਦਰ ਕਾਲਖ ਹੋਣ ਦੇ ਕਰਕੇ ਕੋਈ ਕੀਮਤ ਨਹੀਂ ਹੁੰਦੀ। ਫਲੀਐ ਫੁੱਲੀਐ ਬਪੁੜੇ, ਭੀ ਤਨ ਵਿੱਚ ਸਵਾ। ਬਾਹਰੋਂ ਭਾਵੇਂ ਜਿੰਨਾ ਮਰਜ਼ੀ ਬੰਦਾ ਗਿਆਨੀ ਹੋ ਜਾਵੇ, ਜਿੰਨੀਆਂ ਮਰਜ਼ੀ ਸੋਹਣੀਆਂ ਗੱਲਾਂ ਕਰ ਲਵੇ, ਪਰ ਮਹਾਰਾਜ ਦੇ ਦਰ ਤੇ ਸਾਧ ਸੰਗਤ ਜੀ ਅੰਦਰ ਦੀ ਗੱਲ ਵੇਖੀ ਜਾਣੀ ਹੈ, ਅੰਦਰ ਸਾਡਾ ਕਿੰਨਾ ਕੁ ਸਾਫ਼ ਹੈ। ਬਾਹਰੋਂ ਭਾਵੇਂ ਜਿੰਨਾ ਮਰਜ਼ੀ ਗਿਆਨ ਘੋਟੀ ਜਾਈਏ। ਸੋ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਕਿਹਾ ਗੁਰੂ ਤੋਂ ਬਿਨਾਂ ਗਤੀ ਨਹੀਂ। ਸੋ ਇਸੇ ਤਰ੍ਹਾਂ ਸਾਧ ਸੰਗਤ ਜੀ, ਹੁਣ ਗੁਰੂ ਦੇ ਮਹਾਰਾਜ ਨੇ ਗੁਰਬਾਣੀ ਅੰਦਰ ਇੰਨੀ ਮਹਾਨਤਾ ਦਰਸਾਈ। ਆਸਾ ਦੀ ਵਾਰ ਆਪਾਂ ਰੋਜ਼ ਪੜ੍ਹਦੇ ਹਾਂ, ਤੇ ਪਹਿਲੀ ਪੌੜੀ ਦੇ ਨਾਲ ਹੀ ਇਹ 3 ਸ਼ਲੋਕ ਦਰਜ ਹਨ ਕਿ ਗੁਰੂ ਤੋਂ ਬਿਨਾਂ ਗਤੀ ਨਹੀਂ, ਗੁਰੂ ਤੋਂ ਬਿਨਾਂ ਘੁੱਪ ਹਨੇਰਾ ਹੈ, ਤੇ ਗੁਰੂ ਸਰਬ ਕਲਾ ਸਮਰੱਥ ਹੈ, ਉਹਦੇ ਚਰਨੀ ਲੱਗੋ। ਤੇ ਹੁਣ ਬੰਦਾ ਆਖੇਗਾ ਜੀ ਮਹਾਰਾਜ ਮੈਂ ਤੇ ਭੁੱਲਾਂ ਬੜੀਆਂ ਕੀਤੀਆਂ, ਮੇਰੇ ਵਰਗਾ ਤੇ ਪਾਪੀ ਕੋਈ ਨਹੀਂ ਹੋਣਾ। ਮਹਾਰਾਜਾਂ ਦੇ ਕੀ ਹੋ ਗਿਆ? ਆਂਦੇ ਸੱਚੇ ਪਾਤਸ਼ਾਹ ਕੋਈ ਇਹੋ ਜਿਹਾ ਜੀਵਨ ਦੇ ਵਿੱਚ ਕੰਮ ਹੀ ਨਹੀਂ ਜਿਹੜਾ ਮੈਂ ਕੀਤਾ ਨਾ ਹੋਵੇ। ਜੀਵਨ ਦੇ ਵਿੱਚ ਬੜਾ ਕੁਛ ਬੰਦੇ ਨੇ ਵੇਖਿਆ ਹੁੰਦਾ, ਹੰਢਾਇਆ ਹੁੰਦਾ, ਜਿੰਨਾ ਚਿਰ ਸਮਝ ਨਾ ਹੋਵੇ ਭੁੱਲਿਆ ਭਟਕਿਆ ਬੰਦਾ ਫਿਰ ਕਈ ਕੁਛ ਕਮਾਈ ਜਾਂਦਾ। ਤੇ ਫਿਰ ਹੁਣ ਬੰਦਾ ਜਦੋਂ ਮਹਾਰਾਜ ਨੇ ਆਖਿਆ ਵੀ ਗੁਰੂ ਅੱਗੇ ਢਹਿ ਪੈ, ਤੈਨੂੰ ਭੁੱਲੇ ਨੂੰ ਮਾਰਗ ਪਾਏਗਾ, ਫਿਰ ਬੰਦੇ ਦੇ ਮਨ ਦੇ ਵਿੱਚ ਫਿਰ ਇੱਕ ਸਾਧ ਸੰਗਤ ਜੀ ਡਰ ਜਿਹਾ। ਹੁਣ ਡਰ ਕਾਹਦਾ? ਵੀ ਮੈਂ ਤੇ ਇੰਨੇ ਮਾੜੇ ਕਰਮ ਕੀਤੇ ਹਨ, ਮਹਾਰਾਜ ਬਖਸ਼ ਦੇਣਗੇ। ਤੇ ਭਾਈ ਗੁਰਦਾਸ ਸਾਹਿਬ ਫਰਮਾਉਂਦੇ ਕੋਈ ਨਾ, ਤੂੰ ਗੁਰੂ ਦੇ ਦਰ ਤੇ ਆ ਕੇ ਢਹਿ ਪੈ, ਕੋਈ ਨਹੀਂ, ਭੁੱਲਾਂ ਬੰਦੇ ਤੋਂ ਹੀ ਹੁੰਦੀਆਂ ਨੇ। ਮਹਾਰਾਜ ਨੇ ਆਪ ਕਿਹਾ ਨਾ, ਭੁੱਲਣ ਅੰਦਰ ਸਭ ਕੋ, ਗਲਤੀਆਂ ਬੰਦਾ ਹੀ ਕਰਦਾ ਹੈ, ਪਰ ਜੇਕਰ ਆਪਣੀ ਗਲਤੀ ਨੂੰ ਗਲਤੀ ਸਵੀਕਾਰ ਕਰ ਲਿਆ ਜਾਵੇ, ਮੰਨ ਲਿਆ ਜਾਵੇ, ਫਿਰ ਮਹਾਰਾਜ ਵੀ ਬਖਸ਼ਦੇ ਹਨ, ਸ਼ਰਨ ਆਏ ਦੀ ਲਾਜ ਰੱਖਦੇ ਹਨ। ਪਰ ਜੇ ਗਲਤੀਆਂ ਵੀ ਕਰੀ ਜਾਣੀਆਂ, ਮੰਨਣਾ ਵੀ ਨਾ, ਤੇ ਫਿਰ ਸਾਧ ਸੰਗਤ ਜੀ ਇਹ ਸਭ ਤੋਂ ਵੱਡਾ ਅਪਰਾਧ ਹੋ ਜਾਂਦਾ। ਸਾਹਿਬ ਜੀ ਨੇ ਕਿਹਾ ਕੋਈ ਗੱਲ ਨਹੀਂ। ਭਾਈ ਗੁਰਦਾਸ ਸਾਹਿਬ ਜੀ ਦਾ ਫਿਰ ਬਚਨ ਹੁੰਦਾ, ਭਾਈ ਸਾਹਿਬ ਸਾਨੂੰ ਸਮਝਾਉਂਦੇ ਕੋਈ ਨਹੀਂ, ਜੇਕਰ ਸਾਰੀ ਉਮਰ ਕੋਈ ਚੰਗਾ ਕੰਮ ਨਹੀਂ ਹੋਇਆ, ਹੁਣ ਜਿੰਨੇ ਕੁ ਸਵਾਸ ਬਚਦੇ ਨੇ, ਜਿੰਨਾ ਕੁ ਸਮਾਂ ਬਚਿਆ, ਹੁਣ ਸੋਝੀ ਆਈਏ ਤੇ ਹੁਣ ਮਹਾਰਾਜ ਦੇ ਦਰ ਤੇ ਢਹਿ ਪਿਆ, ਮਹਾਰਾਜ ਹੁਣ ਵੀ ਬਖਸ਼ ਲਏਗਾ। ਭਾਈ ਗੁਰਦਾਸ ਸਾਹਿਬ ਸੱਚੀ ਬਖਸ਼ ਲੈਣਗੇ। ਭਾਈ ਸਾਹਿਬਾਂ ਦੇ ਇਹ ਵੇਖ ਬੰਦੇ ਵਿੱਚ ਇੰਨੇ ਔਗਣ ਹੋਣ, ਫਿਰ ਭਾਈ ਸਾਹਿਬ ਨੇ ਉਹ ਵਾਰ ਦੇ ਵਿੱਚ ਗਿਣਾਏ। ਭਾਈ ਸਾਹਿਬ ਫਰਮਾਉਂਦੇ, ਹਉ ਅਪਰਾਧੀ ਗੁਨਹਗਾਰ ਹਉ ਬੇਮੁਖ ਮੰਦਾ। ਮੈਂ ਅਪਰਾਧੀ ਹਾਂ, ਬੇਮੁਖ ਹਾਂ, ਘੋਰ ਮੰਦਾ ਹਾਂ। ਹਉ ਅਪਰਾਧੀ ਗੁਨਹਗਾਰ ਹਉ ਬੇਮੁਖ ਮੰਦਾ, ਚੋਰ ਜਾਰ
ਜੁਆਰ ਹੋਂ ਪਰ ਘਰ ਜੋ ਹੰਦਾ। ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ ਠਗੰਦਾ। ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ। ਵਿਸ਼ਵਾਸਘਾਤੀ ਅਕਿਰਤ ਘਨ ਮੈਂ ਕੋ ਨਾ ਰਖੰਦਾ। ਹੁਣ ਇਹਦੇ ਵਿੱਚ ਇਹਨਾਂ ਪੰਕਤੀਆਂ ਦੇ ਵਿੱਚ ਭਾਈ ਗੁਰਦਾਸ ਸਾਹਿਬ ਨੇ ਇਹੋ ਜਿਹਾ ਕੋਈ ਔਗਣ ਨਹੀਂ, ਮਾੜਾ ਕਰਮ ਨਹੀਂ ਜਿਹੜਾ ਨਾ ਗਨਾਇਆ ਹੋਵੇ। ਫਿਰ ਆਪਾਂ ਇਹਨਾਂ ਬਚਨਾਂ ਨੂੰ ਦੁਹਰਾਈਏ। ਹਉ ਅਪਰਾਧੀ ਗੁਨਾਹਗਾਰ ਹਉ ਬੇਮੁਖ ਮੰਦਾ। ਚੋਰ ਜਾਰ ਜੁਆਰ ਹਉ ਪਰ ਘਰ ਜੋ ਹੰਦਾ। ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ ਠਗੰਦਾ। ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ। ਵਿਸ਼ਵਾਸ ਘਾਤੀ ਅਕਿਰਤ ਘਨ ਮੈਂ ਕੋ ਨਾ ਰਖੰਦਾ। ਮਹਾਰਾਜ ਮੇਰੇ ਔਗਣ ਵੇਖ ਕੇ ਤੇ ਮੈਨੂੰ ਕੋਈ ਮੱਥੇ ਨਹੀਂ ਲਾਉਣ ਨੂੰ ਰਾਜੀ। ਜੇ ਮੈਂ ਰਾਹ ਤੁਰਿਆ ਜਾਵਾਂ ਤੇ ਮੇਰੀ ਕਰਤੂਤਾਂ ਨੂੰ ਵੇਖ ਕੇ ਸੱਚੇ ਪਾਤਸ਼ਾਹ ਲੋਕੀ ਮੂੰਹ ਫੇਰ ਜਾਂਦੇ ਹਨ ਕਿ ਰੱਬ ਮੈਨੂੰ ਬਖਸ਼ੇਗਾ। ਭਾਈ ਸਾਹਿਬ ਮਹਾਰਾਜ ਫਰਮਾਉਂਦੇ ਜਿਹਨੂੰ ਕੋਈ ਵੀ ਮੱਥੇ ਲਾ ਕੇ ਨਹੀਂ ਰਾਜੀ, ਜੇਕਰ ਗੁਰੂ ਦੇ ਦਰ ਤੇ ਆ ਕੇ ਢਹਿ ਪਵੇ, ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ੰਦਾ। ਸਤਿਗੁਰੂ ਬਖਸ਼ਣਹਾਰ ਹੈ। ਜੇਕਰ ਇੰਨੇ ਔਗਣ ਕਮਾ ਕੇ ਵੀ ਬੰਦਾ ਗੁਰੂ ਦੇ ਦਰ ਤੇ ਆਵੇ, ਸਾਧ ਸੰਗਤ ਜੀ ਗੁਰੂ ਬਖਸ਼ਣਹਾਰ ਹੈ। ਗੁਰੂ ਜ਼ਰੂਰ ਬਖਸ਼ੇਗਾ, ਪਰ ਹਾਂ ਇੱਥੇ ਆ ਕੇ ਹੱਥ ਜੋੜਨੇ ਪੈਣਗੇ, ਸਿਰ ਨਵਾਉਣਾ ਪਏਗਾ। ਮਹਾਰਾਜ ਹਾਂ ਮੈਂ ਗਲਤੀਆਂ ਕੀਤੀਆਂ ਹਨ, ਮੰਨਣਾ ਪਵੇਗਾ। ਜੇਕਰ ਮੰਨ ਲਵਾਂਗੇ ਤੇ ਸਤਿਗੁਰੂ ਸਰਨ ਆਏ ਦੀ ਲਾਜ ਰੱਖਦੇ ਹਨ। ਸਰਨ ਜੋ ਸਰਨ ਆਵੈ ਤਿਸ ਕੰਠ ਲਾਵੈ, ਉਹਨੂੰ ਆਪਣੇ ਗਲ ਨਾਲ ਜ਼ਰੂਰ ਲਾਉਂਦੇ ਹਨ। ਭਾਈ ਜੋਗਾ ਸਿੰਘ ਦੀ ਸਾਖੀ ਆਪਾਂ ਸਾਰੀ ਪੜ੍ਹਦੇ ਸੁਣਦੇ ਆਏ ਹਾਂ। ਹੁਣ ਕਿੱਥੋਂ ਉਹ ਗੁਰਸਿੱਖ ਆਪਣਾ ਸਾਰਾ ਕੁਝ ਛੱਡ ਛਡਾ ਕੇ ਤੇ ਸਤਿਗੁਰੂ ਜੀ ਦੇ ਦਰ ਵੱਲ ਭੱਜੇ ਆਏ। ਜਦੋਂ ਮਹਾਰਾਜ ਜੀ ਦਾ ਸੁਨੇਹਾ ਮਿਲਿਆ ਭਾਈ ਜੋਗਾ ਸਿੰਘ ਜੀ ਨੂੰ, ਰਾਹ ਦੇ ਵਿੱਚ ਆਉਂਦਿਆਂ ਮਾੜਾ ਜਿਹਾ ਮਨ ਦੇ ਵਿੱਚ ਹੰਕਾਰ, ਮਾੜਾ ਜਿਹਾ ਮਾਣ ਹੀ ਆਇਆ ਸੀ ਨਾ, ਜੋਗਾ ਸਿੰਘ ਤੇਰੇ ਵਰਗਾ ਸਿੰਘ ਕਿਹੜਾ ਹੋਣਾ। ਵੀ ਕਲਗੀਧਰ ਦਾ ਸੁਨੇਹਾ ਮਿਲਿਆ। ਇਤਿਹਾਸਾਂ ਦਾ ਵੀ ਉਹਨਾਂ ਦਾ ਵਿਆਹ ਸੀ, ਤੇ ਵਿਆਹ ਜਿਸ ਵੇਲੇ ਚਿੱਠੀ ਮਿਲੀ ਤੇ ਸਤਿਗੁਰੂ ਸਾਹਿਬ ਨੇ ਕਿਹਾ ਤੁਰੰਤ ਆ ਜਾ, ਤੇ ਆਪਣਾ ਉੱਥੇ ਸਾਰਾ ਉਹ ਵਾਲਾ ਕਾਰਜ ਛੱਡ ਕੇ ਤੇ ਸਾਧ ਸੰਗਤ ਜੀ ਇੱਧਰ ਨੂੰ ਅਨੰਦਪੁਰ ਸਾਹਿਬ ਮਹਾਰਾਜ ਜੀ ਦੇ ਦਰਸ਼ਨਾਂ ਵੱਲ ਮਹਾਰਾਜ ਜੀ ਦਾ ਸੁਨੇਹਾ ਮਿਲਦਿਆਂ ਸਰ ਤੁਰ ਪਏ ਸਨ। ਤੇ ਜਿਸ ਵੇਲੇ ਤੁਰੇ ਹਨ ਤੇ ਰਾਹ ਦੇ ਵਿੱਚ ਆਉਂਦਿਆਂ ਉੱਥੇ ਹੁਣ ਬਚਨ ਮੰਨਿਆ ਵੀ ਜਿਹੜਾ ਕੰਮ ਕਰਦਾ ਆ ਜਾਈ। ਪਰ ਰਾਹ ਦੇ ਵਿੱਚ ਆਉਂਦਿਆਂ ਆਉਂਦਿਆਂ ਮਨ ਦੇ ਵਿੱਚ ਆਇਆ, ਜੋਗਾ ਸਿਆਂ ਤੇਰੇ ਵਰਗਾ ਸਿੰਘ ਹੋਵੇਗਾ ਕੋਈ ਜਿਹੜਾ ਆਪਣਾ ਸਾਰਾ ਕੁਝ ਹੀ ਛੱਡ ਛਡਾ ਕੇ ਤੇ ਇੰਨਾ ਮਹਾਰਾਜ ਨਾਲ ਪ੍ਰੇਮ ਕਰਦਾ ਹੋਵੇ। ਤੇ ਹੁਸ਼ਿਆਰਪੁਰ ਦੀ ਧਰਤੀ ਤੇ ਪਹੁੰਚੇ ਸਨ। ਜਿਸ ਵੇਲੇ ਹੁਸ਼ਿਆਰਪੁਰ ਪਹੁੰਚੇ ਸਾਧ ਸੰਗਤ ਜੀ, ਗੁਰੂ ਫਿਰ ਆਪਣੇ ਸਿੱਖ ਨੂੰ ਬਚਾਉਣ ਵਾਸਤੇ ਫਿਰ ਉਹਦਾ ਮਾਣ ਵੀ ਤੋੜਿਆ। ਹੁਣ ਜੇਕਰ ਬੰਦੇ 'ਚ ਹੰਕਾਰ ਆ ਗਿਆ, ਹੰਕਾਰਿਆ ਬੰਦਾ ਤੇ ਮਾਰਿਆ ਗਿਆ। ਮਹਾਰਾਜ ਨੇ ਉੱਥੇ ਹੀ ਬਚਾ ਲਿਆ ਵੀ ਕਿਤੇ ਹੰਕਾਰੀ ਬਿਰਤੀ ਦੇ ਨਾਲ ਨਾ ਆ ਜਾਵੇ ਜੋਗਾ ਸਿੰਘ। ਤੇ ਹੁਸ਼ਿਆਰਪੁਰ ਕੀ ਹੋਇਆ, ਉੱਥੇ ਇੰਨਾ ਉੱਚਾ ਸੁੱਚਾ ਜੀਵਨ, ਤੇ ਉੱਥੇ ਆ ਕੇ ਜਦੋਂ ਬਾਜ਼ਾਰ ਦੇ ਵਿੱਚ ਉੱਥੇ ਇਸਤਰੀਆਂ ਵੇਖੀਆਂ ਤੇ ਮਨ ਡੋਲਿਆ। ਤੇ ਜਿਸ ਵੇਲੇ ਮਨ ਡੋਲਿਆ, ਜੀ ਕੀਤਾ ਉਧਰਲੇ ਪਾਸੇ ਜਾਣ ਨੂੰ, ਪਰ ਫਿਰ ਕਲਗੀਧਰ ਸੱਚੇ ਪਾਤਸ਼ਾਹ ਆਪ ਸਹਾਈ ਹੋਏ। ਆਖਣ ਲੱਗੇ ਜੀ ਮਹਾਰਾਜ ਉੱਥੇ ਆਪ ਪਹਿਰੇ ਦੇ ਰੂਪ ਦੇ ਵਿੱਚ ਆ ਗਏ। ਉੱਥੇ ਆਪ ਸਤਿਗੁਰੂ ਜੀ ਅੱਗੇ ਸਹਾਈ ਹੋਏ। ਉਹ ਸਾਰੀ ਰਾਤ ਉਹ ਪਹਿਰੇਦਾਰ ਚੌਂਕੀਦਾਰ ਅੱਗੇ ਖਲੋਤੇ ਰਹੇ। ਉਹ ਸਿੰਘ ਨੂੰ ਸ਼ਰਮ ਆਈ ਵੀ ਕਿਹੜੇ ਮੂੰਹ ਨਾਲ ਜਾਵਾਂ। ਹੁਣ ਉਹ ਪਹਿਰੇਦਾਰ ਬਾਰ-ਬਾਰ ਵੇਖੇ ਵੀ ਸਿੰਘ ਵੱਲ, ਭਾਈ ਜੋਗਾ ਸਿੰਘ ਵੱਲ। ਸ਼ਰਮ ਆਵੇ ਮਨ ਦੇ ਵਿੱਚ। ਐਵੇਂ ਸਾਰਾ ਸਮਾਂ ਲੰਘਿਆ। ਅਗਲਾ ਦਿਨ ਹੋਇਆ ਤੇ ਫਿਰ ਅਨੰਦਪੁਰ ਸਾਹਿਬ ਵੱਲ ਚਾਲਾ ਪਾਇਆ। ਅੱਗੇ ਜਾ ਕੇ ਮਹਾਰਾਜ ਜੀ ਦੇ ਦਰਸ਼ਨ ਕੀਤੇ। ਸਾਧ ਸੰਗਤ ਜੀ ਉੱਥੇ ਜਾ ਕੇ ਫਿਰ ਜਿਹੜਾ ਮਾਣ ਸੀ ਨਾ, ਫਿਰ ਅੰਦਰ ਤੇ ਬੰਦੇ ਨੂੰ ਸਾਰਾ ਕੁਝ ਪਤਾ ਹੀ ਵੀ ਆਪਾਂ ਕੀ ਕਮਾਉਂਦੇ ਹਾਂ। ਬਾਹਰੋਂ ਲੋਕਾਂ ਤੋਂ ਲੁਕਾ ਲਵਾਂਗੇ, ਪਰ ਅੰਦਰ ਵਾਲਾ ਅੰਦਰ ਜਿਹੜਾ ਬੈਠਾ ਉਹ ਸਾਰਾ ਕੁਝ ਜਾਣਦਾ। ਅੰਦਰ ਫਿਰ ਸ਼ਰਮੋ ਸ਼ਰਮੀ ਵੀ ਜਿਹੜਾ ਜੋਗਾ ਸਿੰਘ ਹੁਣ ਮਾਣ ਕਰਦਾ ਆਉਂਦਿਆ ਸੀ, ਜੋਗਾ ਸਿਆਂ ਤੇਰੇ ਵਰਗਾ ਸਿੰਘ ਕੋਈ ਨਹੀਂ। ਉਹ ਹੁਣ ਹੁਸ਼ਿਆਰਪੁਰ ਤੋਂ ਅੱਗੇ ਜਾਂਦਾ ਮਨ ਦੇ ਵਿੱਚ ਵਿਚਾਰਦਾ, ਮਣਾ ਸਾਰਾ ਕੁਝ ਛੱਡ ਛਡਾ ਕੇ ਵੀ ਆਇਆ ਤੇ ਕਿੱਥੇ ਆ ਕੇ ਡਿੱਗ ਗਿਆ। ਹੁਣ ਗੁਰੂ ਦੇ ਚਰਨਾਂ ਦੇ ਵਿੱਚ ਜਦੋਂ ਮਨ ਟੁੱਟ ਕੇ ਤੇ ਹੁਣ ਗਿਆ ਤੇ ਸਾਧ ਸੰਗਤ ਜੀ ਸਾਹਿਬ ਜੀ ਨੇ ਬਖਸ਼ਿਸ਼ਾਂ ਵੀ ਕੀਤੀਆਂ, ਬਖਸ਼ ਲਿਆ, ਰਹਿਮਤ ਵਰਤਾਈ। ਇਸ ਕਰਕੇ ਗੁਰੂ ਦੀ ਜੇ ਲੋੜ ਹੋਵੇ, ਗੁਰੂ ਵੀ ਅਜਿਹਾ ਹੋਵੇ ਜੈਸੇ ਦਸ਼ਮੇਸ਼ ਮਾਤਾ ਗੁਜਰੀ ਕੇ ਲਾਲ ਜੀ, ਵਾਰ ਪਰਿਵਾਰ ਦੇ ਵੀ ਬੱਚਿਆਂ ਸਮੇਤ ਸਾਰਾ ਦੇਸ਼ ਕੌਮ ਤੋਂ ਕੁਰਬਾਨ ਵਾਰ ਜੀ, ਸਾਰੀ ਰਾਤ ਪਹਿਰਾ ਦੇਵੇ ਆਪ ਚੌਂਕੀਦਾਰ ਹੋ ਕੇ, ਪਾਪ ਅੱਗ ਵਿੱਚੋਂ ਲਵੇ ਸਿੱਖ ਨੂੰ ਨਿਕਾਲ ਜੀ। ਸੋ ਮਹਾਰਾਜ ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਆਪਣੇ ਚਰਨਾਂ ਕਮਲਾਂ ਦੀ ਪ੍ਰਤੀਤ ਬਖਸ਼ਣ, ਆਪਣੇ ਚਰਨਾਂ ਨਾਲ ਜੋੜੀ ਰੱਖਣ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਆਪ ਸੰਗਤ ਅਤੇ ਗੁਰੂ ਪਾਤਸ਼ਾਹ ਜੀ ਬਖਸ਼ਣਹਾਰ ਹਨ। ਸਾਧ ਸੰਗਤ ਜੀ ਬਖਸ਼ ਲੈਣਾ।
ਤੇ ਆਪਾਂ ਸਾਰੇ ਇਹੀ ਅਰਦਾਸ ਕਰੀ ਸਾਹਿਬ ਜੀ, ਸਾਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਬਖਸ਼ਿਸ਼ ਕਰਕੇ ਨਵਾਜਣਾ। ਸੋ ਆਪ ਸਰਬੱਤ ਸੰਗਤਾਂ ਦਾ, ਇੱਥੋਂ ਦੀ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਤੇ ਭਾਈ ਬਲਵੰਤ ਸਿੰਘ ਜੀ ਦਾ, ਇਹਨਾਂ ਦਾ ਧੰਨਵਾਦ। ਕੋਟਾਨ ਕੋਟ ਸ਼ੁਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਸਾਰੇ ਇਲਾਕੇ ਦੇ ਵਿੱਚ ਪਿੰਡ ਪਿੰਡ ਜਾ ਕੇ ਇਹ ਗੁਰਮਤਿ ਸਮਾਗਮ ਹੋ ਰਹੇ ਹਨ। ਸੋ ਸਤਿਗੁਰੂ ਜੀ ਦਾ ਅਤੇ ਸਮੁੱਚੇ ਪ੍ਰਬੰਧ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਸ਼ੁਭਦੀਪ ਸਿੰਘ ਜੀ, ਸਟੂਡੈਂਟ ਸ਼ਹੀਦ ਸਿੱਖ ਮਿਸ਼ਨਰੀ ਕਾਲਜ। ਆਪ ਸਾਰੇ ਪੂਰੇ ਜਥੇ ਦਾ ਬਹੁਤ ਬਹੁਤ ਧੰਨਵਾਦ ਹੈ, ਜਿਨ੍ਹਾਂ ਨੇ ਸਮਾਂ ਦੇ ਕੇ ਸੰਗਤਾਂ ਨੂੰ ਧੰਨਵਾਦੀ ਬਣਾਇਆ ਹੈ। ਨਾਲ ਹੀ ਸਰਦਾਰ ਬਲਵੰਤ ਸਿੰਘ ਜੀ ਭਾਈ ਸਾਹਿਬ ਜੀ ਦਾ ਦਿਲੋਂ ਧੰਨਵਾਦ ਕਰਦੇ ਹਾਂ ਅਸੀਂ, ਜਿਨ੍ਹਾਂ ਨੇ ਇਹਨਾਂ ਨੂੰ ਇੱਥੇ ਲਿਆ ਕੇ ਸੰਗਤਾਂ ਦੇ ਦਰਸ਼ਨ ਹੋਏ ਹਨ, ਸੰਗਤਾਂ ਨੂੰ ਵਿਚਾਰ ਸਰਵਣ ਕੀਤਾ ਹੈ। ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਆਨੰਦ ਸਾਹਿਬ ਕਰਨਗੇ। ਬਾਕੀ ਸਾਰੇ ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ। ਸਰਦਾਰ ਸੁਖਦੇਵ ਸਿੰਘ ਦੇ ਪਰਿਵਾਰ ਵੱਲੋਂ ਲੰਗਰ ਪ੍ਰਸ਼ਾਦਾ ਤਿਆਰ ਕੀਤਾ ਹੈ, ਆਪ ਸਾਰਿਆਂ ਨੇ ਹੀ ਛਕ ਕੇ ਜਾਣਾ ਹੈ। ਨਾਲ ਹੀ ਮੈਂ ਭਾਈ ਬਲਵੰਤ ਸਿੰਘ